Dear student, welcome back to my YouTube channel Deep Physics Classes. And today we are going to do the quick recap of the motion in one dimension part 2. Part 1 ਦੇ ਵਿੱਚ ਅਸੀਂ ਜਿਹੜਾ ਹੈ ਕੁਝ ਗ੍ਰਾਫਸ ਜਿਹੜੇ ਨੇ ਯੂਨੀਫਾਰਮ ਮੋਸ਼ਨ ਦੇ ਆਪਾਂ ਡਿਸਕਸ ਕੀਤੇ ਪੋਜੀਸ਼ਨ ਟਾਈਮ ਗ੍ਰਾਫ ਵੈਲੋਸਿਟੀ ਟਾਈਮ ਗ੍ਰਾਫ ਡਿਸਟੈਂਸ ਡਿਸਪਲੇਸਮੈਂਟ ਰੈਸਟ ਮੋਸ਼ਨ ਕਈ ਜਿਹੜੇ ਮੇਨ ਇੰਪੋਰਟੈਂਟ ਪੁਆਇੰਟਸ ਸੀ ਅਸੀਂ ਡਿਸਕਸ ਕੀਤੇ ਅੱਜ ਦੇ ਲੈਕਚਰ 'ਚ ਅਸੀਂ ਜਿਹੜੇ ਨੇ ਮੇਨ ਐਕਸਲਰੇਸ਼ਨ ਬਾਰੇ ਤੇ ਹੋਰ ਇੰਪੋਰਟੈਂਸ ਜਿਹੜੇ ਗ੍ਰਾਫਸ ਨੇ ਜਿਹੜੇ ਉਹਦੇ ਬਾਰੇ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸਭ ਨਾਲੋਂ ਪਹਿਲਾਂ ਦੇਖਦੇ ਹਾਂ कि एक्सेलरेशन का मेन फॉर्मूला की है एक्सेलरेशन इज इक्वल टू चेंज इन वेलोसिटी ओवर चेंज इन टाइम जदों साडी वेलोसिटी विच चेंज आंदी है टाइम के अकॉर्डिंग असी कहने हैं कि एक्सेलरेशन होई नाउ एदा एक है फॉर्मूला याद रखना है dv by dt व्हाट इज डी स्मॉल चेंज इन वेलोसिटी ड्यू टू स्मॉल चेंज इन टाइम नाउ यू कैन आल्सो राइट it as d2x by dt square ਜਿਹੜੀ velocity ਹੈ ਉਹਦਾ ਇੱਕੋ ਵਾਰੀ ਉਹਨੂੰ ਡਿਫਰੈਂਸ਼ੀਏਟ ਕਰਨਾ ਪੈਣਾ ਟਾਈਮ ਦੇ ਨਾਲ ਸਾਡੀ ਐਕਸਲਰੇਸ਼ਨ ਆ ਜਾਏਗੀ ਤੇ ਜੇ ਸਾਡੇ ਕੋਲ ਪੋਜੀਸ਼ਨ ਗਿਵਨ ਹੈ ਤੇ ਉਹਨੂੰ ਅਸੀਂ ਦੋ ਵਾਰੀ ਟਾਈਮ ਦੇ ਨਾਲ ਜਿਹੜਾ ਹੈ ਡਿਫਰੈਂਸ਼ੀਏਟ ਕਰਾਂਗੇ ਫਿਰ ਸਾਡੇ ਕੋਲ ਜਿਹੜੀ ਹੈ ਉਹ ਐਕਸਲਰੇਸ਼ਨ ਆਏਗੀ ਤੇ ਬੇਟਾ ਇਹਦੇ ਜਿਹੜੇ ਨਿਊਮੈਰੀਕਲਸ ਨੇ ਉਹ ਮੈਂ ਹੁਣੇ ਕਰਵਾਉਣਾ ਪਹਿਲਾਂ ਆ ਜਿਹੜੇ ਸਾਰੇ ਪੁਆਇੰਟਸ ਲਿਖੇ ਨੇ ਆਪਾਂ ਇਹਨਾਂ ਨੂੰ ਡਿਸਕਸ ਕਰ ਲਈਏ ਨਾਓ ਤੁਸੀਂ ਇਹ ਨੋਟ ਕਰ ਲਓ ਕਿ ਐਕਸਲਰੇਸ਼ਨ ਦਾ ਫਾਰਮੂਲਾ dv by dt if velocity is given and it will be d2x by dt square if the displacement is given now acceleration is also written as v minus u change in velocity final velocity ਵਿੱਚੋਂ ਅਸੀਂ initial velocity minus ਕਰਤੀ divided by time taken this is the final velocity this is the initial velocity if a body start from rest ਜੇਕਰ ਬੋਡੀ ਰੈਸਟ ਵਿੱਚੋਂ ਸਟਾਰਟ ਹੋਈ ਹੈ ਉਹਦੀ ਇਨੀਸ਼ੀਅਲ ਵੈਲੋਸਿਟੀ ਜਿਹੜੀ ਹੈ ਉਹ ਤੁਹਾਡੇ ਕੋਲ 0 ਹੋਏਗੀ ਇਫ ਅ ਬੋਡੀ ਕਮ ਟੂ ਐਟ ਰੈਸਟ ਆਫਟਰ ਅਪਲਾਈਂਗ ਬ੍ਰੇਕਸ ਜੇ ਬੋਡੀ ਜਿਹੜੀ ਪਹਿਲਾਂ ਮੂਵ ਕਰ ਰਹੀ ਸੀ ਉਸ ਤੋਂ ਬਾਅਦ ਉਹਨੇ ਬ੍ਰੇਕ ਲਗਾਈ ਉਹ ਰੈਸਟ ਵਿੱਚ ਆ ਗਈ ਫਿਰ ਜਿਹੜੀ ਹੈ ਉਹਦੀ ਫਾਈਨਲ ਵੈਲੋਸਿਟੀ ਜਿਹੜੀ ਹੈ ਉਹ ਤੁਹਾਡੇ ਕੋਲ ਕਿੰਨੀ ਆਏਗੀ 0 ਆਏਗੀ ਹਾਂਜੀ ਕਲੀਅਰ ਨਾਓ ਇਹ ਦਾ ਮਤਲਬ ਐਕਸਲਰੇਸ਼ਨ एक्सलरेशन का SI यूनिट जिहड़ा है मीटर पर सेकंड स्क्वायर ते जे CGS की गल करिए ते वो तुहाडे कोल आ जाएगा सेंटीमीटर पर सेकंड स्क्वायर आ जाएगा एक्सलरेशन इज अ वेक्टर क्वांटिटी नाउ एक्सलरेशन पॉजिटिव भी हो सकती है एक्सलरेशन जिहड़ी है साडी नेगेटिव भी हो सकती है नाउ पॉजिटिव एक्सलरेशन एंड नेगेटिव एक्सलरेशन ਨੈਗੇਟਿਵ ਐਕਸਲਰੇਸ਼ਨ ਨੂੰ ਅਸੀਂ ਰਿਟਾਰਡੇਸ਼ਨ ਵੀ ਬੋਲਦੇ ਹਾਂ ਡੀ ਐਕਸਲਰੇਸ਼ਨ ਵੀ ਬੋਲਦੇ ਹਾਂ ਔਰ ਰਿਟਾਰਡੇਸ਼ਨ ਕਲੀਅਰ ਨਾਓ ਐਕਸਲਰੇਸ਼ਨ ਪੋਜ਼ਿਟਿਵ ਕਦੋਂ ਹੋਏਗੀ ਇਫ ਡਾਇਰੈਕਸ਼ਨ ਆਫ ਐਕਸਲਰੇਸ਼ਨ ਇਜ਼ in the direction of motion ਜਿੱਧਰ ਨੂੰ ਬੋਡੀ ਜਾ ਰਹੀ ਹੈ ਜੇ ਉਸੇ ਪਾਸੇ ਸਾਡੀ ਐਕਸਲਰੇਸ਼ਨ ਦੀ ਡਾਇਰੈਕਸ਼ਨ ਹੈ then acceleration will be positive ਤੇ ਜੇਕਰ ਸਾਡੀ ਐਕਸਲਰੇਸ਼ਨ ਮੋਸ਼ਨ ਦੇ ਅਗੇਂਸਟ ਹੈ ਤਾਂ ਸਾਡੀ ਜਿਹੜੀ ਹੈ ਉਹ ਐਕਸਲਰੇਸ਼ਨ ਸਾਡੇ ਕੋਲ ਕੀ ਆਏਗੀ ਨੈਗੇਟਿਵ ਆਏਗੀ ਓਕੇ ਨਾਓ ਨੈਕਸਟ ਪੁਆਇੰਟ ਵੈਲੋਸਿਟੀ ਜੇਕਰ ਸਾਡੀ ਕਾਂਸਟੈਂਟ ਹੈ ਜੇ ਵੈਲੋਸਿਟੀ ਵਿੱਚ ਚੇਂਜ ਹੀ ਨਹੀਂ ਆ ਰਹੀ ਇਫ ਵੈਲੋਸਿਟੀ ਇਜ਼ ਕਾਂਸਟੈਂਟ then its differentiation कितनी आएगी बेटा 0 क्योंकि constant term दी differentiation कितनी होती है 0 no change ਇਹਦਾ ਮਤਲਬ ਜੇਕਰ velocity constant ਹੈ then acceleration ਜਿਹੜੀ ਹੈ ਸਾਡੀ 0 ਹੋਏਗੀ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ what is the value of acceleration if the body is moving uniformly ਜੇਕਰ body uniformly move ਕਰ ਰਹੀ ਹੈ ਇਹਦਾ ਮਤਲਬ ਉਹਦੀ velocity constant ਹੈ it means the acceleration of the body will be equal to 0 ਨਾਓ ਨੈਕਸਟ ਕੀ ਹੈ ਕੋਈ ਐਸੀ ਐਗਜ਼ਾਮਪਲ ਦਿਓ ਡੇਲੀ ਲਾਈਫ ਦੇ ਵਿੱਚੋਂ ਜਿਹੜੀ ਐਕਸਲਰੇਟਿਡ ਮੋਸ਼ਨ ਹੁੰਦੀ ਹੈ ਉਹ ਕਿਹੜੀ ਕਹਿ ਸਕਦੇ ਹੋ ਸਰਕੂਲਰ ਮੋਸ਼ਨ ਜਿਹੜੀ ਹੈ ਉਹ ਐਗਜ਼ਾਮਪਲ ਹੈ ਸਾਡੀ ਐਕਸਲਰੇਟਿਡ ਮੋਸ਼ਨ ਦੀ ਕਿਉਂਕਿ ਜਦੋਂ ਵੀ ਬਾਡੀ ਸਰਕਲ 'ਚ ਮੂਵ ਕਰੇਗੀ ਤੇ ਕੀ ਹੋਏਗਾ ਉਹਦੀ ਜਿਹੜੀ ਹੈ ਡਾਇਰੈਕਸ਼ਨ ਬਾਰ-ਬਾਰ ਜਿਹੜੀ ਹੈ ਹਰ ਪੁਆਇੰਟ ਤੇ ਚੇਂਜ ਹੋਏਗੀ ਭਾਵੇਂ ਉਹਦੀ ਸਪੀਡ ਕਾਂਸਟੈਂਟ ਹੈ पर डायरेक्शन हर जगह ते चेंज होने करके वेलोसिटी चेंज होएगी सानू पता है कि जिहड़ी वेलोसिटी है इट इज इक्वल टू स्पीड
प्लस डायरैक्शन। जेकर वेलोसिटी ਨੂੰ ਚੇਂਜ ਕਰਨਾ ਹੈ ਜਾਂ ਤੇ ਸਪੀਡ ਨੂੰ ਚੇਂਜ ਕਰ ਲਓ ਜਾਂ ਉਹਦੀ ਡਾਇਰੈਕਸ਼ਨ ਜਿਹੜੀ ਹੈ ਉਹਨੂੰ ਤੁਸੀਂ ਚੇਂਜ ਕਰ ਲਓ। ਜੇ ਦੋਨੋਂ ਵੀ ਚੇਂਜ ਹੋ ਜਾਣਗੀਆਂ ਤੇ ਵੈਲੋਸਿਟੀ ਚੇਂਜ ਹੋ ਜਾਏਗੀ ਤੇ ਸਰਕੂਲਰ ਮੋਸ਼ਨ ਵਿੱਚ ਸਾਡੀ ਡਾਇਰੈਕਸ਼ਨ ਬਾਰ-ਬਾਰ ਚੇਂਜ ਹੋਣ ਕਰਕੇ ਸਾਡੀ ਵੈਲੋਸਿਟੀ ਜਿਹੜੀ ਹੈ ਉੱਥੇ ਕਾਂਸਟੈਂਟ ਨਹੀਂ ਹੁੰਦੀ ਤੇ ਜੇ ਵੈਲੋਸਿਟੀ ਕਾਂਸਟੈਂਟ ਨਹੀਂ ਹੈ ਤੇ ਇਹਦਾ ਮਤਲਬ ਹੈ ਕਿ ਸਾਡੀ ਉਹ ਮੋਸ਼ਨ ਕਿਹੜੀ ਹੋਏਗੀ, ਐਕਸਲਰੇਟਿਡ ਮੋਸ਼ਨ ਹੋਏਗੀ। ਨਾਓ ਨੈਕਸਟ ਜਿਹੜਾ ਸਾਡਾ ਜਿਹੜਾ ਪੁਆਇੰਟ ਹੈ आओ इसनू असी हुण डिस्कस करते हैं कि यह जिहड़े न्यूमेरिकल्स ने ये किस तरह असी सॉल्व करने ने जेकर साडे कोल वेलोसिटी जां सानू जिहड़ी है पोजीशन जिहड़ी है सानू ओ गिवन होवे। देखो सपोज मान लो कि साडे कोल वेलोसिटी जिहड़ी है ओ गिवन है, इट इज इक्वल टू 2t प्लस t स्क्वायर। वेलोसिटी इज ए फंक्शन ऑफ टाइम। वेलोसिटी मेरी टाइम ਦੇ ਉੱਪਰ ਜਿਹੜੀ ਹੈ ਉਹ ਡਿਪੈਂਡ ਕਰ ਰਹੀ ਹੈ। ਕਲੀਅਰ ਨਾ ਅਸੀਂ ਕੀ ਨਿਕਾਲਨੀ ਹੈ, ਐਕਸਲਰੇਸ਼ਨ ਨਿਕਾਲਨੀ ਹੈ ਤੇ ਐਕਸਲਰੇਸ਼ਨ ਨਿਕਾਲਣ ਦਾ ਫਾਰਮੂਲਾ ਸਾਡੇ ਕੋਲ ਆਏਗਾ dv ਡਿਵਾਈਡਡ ਬਾਈ ਸਾਡੇ ਕੋਲ ਕਿੰਨਾ ਆ ਜਾਏਗਾ dt। ਨਾਓ ਇੱਥੇ ਤੁਸੀਂ ਇਹਦੀ ਜਿਹੜੀ ਹੈ ਵੈਲਿਊ ਪੁੱਟ ਕਰੋ 2t plus t ਸਕੁਅਰ। ਆ ਵੈਲਿਊ ਅਸੀਂ ਵੈਲੋਸਿਟੀ ਦੀ ਪੁੱਟ ਕਰ ਦਾਂਗੇ। ਨਾਓ ਇਹਨਾਂ ਦੋਨਾਂ ਦੀ डिफरेंशिएशन करांगे। ए तुहानू डिफरेंशिएशन करनी आनी चाहिए है। नाउ एदी डिफरेंशिएशन कितनी होएगी 2t कांस्टेंट टर्म विचों बाहर आ जाएगी ते साडे कोल t दी डिफरेंशिएशन कितनी होंदी है 1 ते अगे आ गया प्लस ऊपर आ गया t स्क्वायर ते पावर नू ਅਸੀਂ नीचे तारिया ते पावर विचों एक ਅਸੀਂ की कर देने हैं माइनस। नाउ इट विल बी इक्वल टू 2t। नाउ दिस इज आवर एक्सेलरेशन। एक्सेलरेशन दी जड़ी साडी वैल्यू है इट इज इक्वल टू 2 प्लस 2t। हाँ जी क्लियर। नाउ प्लीज टेल वेदर दिस एक्सेलरेशन इज यूनिफॉर्म और नॉन यूनिफॉर्म। हुण यह बेटा ध्यान रखना है, यह एक्सेलरेशन यूनिफॉर्म है कि नॉन यूनिफॉर्म है, इथों क्लियर होएगा। देखो टाइम लगा है, जे टाइम नाल है मान लो टाइम असी 1 सैकंड पुट करते हैं ਤੇ ਸਾਡਾ ਆਨਸਰ ਆਏਗਾ 2 + 2 2 * 1 2 ਆ ਜਾਏਗਾ 4। ਤੇ ਜੇ ਟਾਈਮ ਨੂੰ ਅਸੀਂ 2 ਸੈਕਿੰਡ ਪੁੱਟ ਕਰਾਂਗੇ 2 ਪਲੱਸ ਇੱਥੇ 2 ਪੁੱਟ ਕਰੋਗੇ 2 2 ਦਾ 4 4 + 2 ਕਿੰਨਾ ਆਏਗਾ 6 ਮੀਟਰ ਪਰ ਸੈਕਿੰਡ ਸਕੁਅਰ। ਕਹਿਣ ਦਾ ਮਤਲਬ ਜੇ ਟਾਈਮ ਨਾਲ ਲੱਗਾ ਹੈ ਇਹਦਾ ਮਤਲਬ ਹੈ ਕਿ ਐਕਸਲਰੇਸ਼ਨ ਚੇਂਜ ਹੋਏਗੀ ਹੈ, ਵੇਰੀਏਬਲ ਹੈ। ਤੇ ਜੇ ਇੱਥੇ ਬਾਈ ਚਾਂਸ ਟਾਈਮ ਨਾ ਹੁੰਦਾ ਇਟ ਇਜ਼ ਜਸਟ ਲਾਈਕ ਦਿਸ, ਮੰਨ ਲਓ ਇੰਨਾ ਹੀ ਆਨਸਰ ਹੁੰਦਾ 2, then it will be the uniform acceleration. I think you got it। जेकर acceleration निकालन तो बाद final जेड़ा result आवे ओदे विच time है then it will be the variable acceleration और non uniform। otherwise जेड़ी है जे time नहीं आंदा फिर वो साडे कोल जेड़ी है वो यूनिफॉर्म जेड़ी है वो acceleration होएगी। नाउ ਇਹਦੇ अकॉर्डिंग किस तरह चलना है देखो, मान लो भी ਤੁਹਾਨੂੰ पोजीशन ਦਿੱਤੀ है x, x is equal to 4t square plus 2t plus 3। now this is a position in term of time। ਇਹ ਮੀਟਰ ਚ ਵੀ ਹੋ ਸਕਦੀ ਹੈ, ਆ ਸੈਕਿੰਡ ਚ ਹੋ ਸਕਦਾ ਹੈ। ਕਲੀਅਰ। ਨਾਓ ਅਸੀਂ ਕੀ ਨਿਕਾਲਣਾ ਕੀ ਚਾਹੁੰਦੇ ਆ, ਅਸੀਂ ਨਿਕਾਲਣੀ ਹੈ ਬੇਟਾ ਐਕਸਲਰੇਸ਼ਨ। ਐਕਸਲਰੇਸ਼ਨ ਤਾਂ ਬਣੇਗੀ ਪਹਿਲਾਂ ਇਥੋਂ ਵੈਲੋਸਿਟੀ ਬਣਾਓ, ਪਹਿਲਾਂ ਵੈਲੋਸਿਟੀ ਨਿਕਾਲੋ। वेलोसिटी का फार्मूला ਅਸੀਂ पढ़िया dx डिवाइडेड बाय dt। पहला dx by dt ਲੱਭਣਾ ਪਏਗਾ। हाँ जी की आएगा साडे कोल d ਇੱਥੇ आ जाएगा by dt। हाँ जी it will be 4t square plus 2t plus 3। now what is the differentiation? 4 ਨੂੰ ਬਾਹਰ ਕੱਢਤਾ, t square ਕਿੰਨਾ ਆਏਗਾ 2t, ਪਾਵਰ ਨੀਚੇ ਪਾਵਰ ਚੋਂ 1 ਮਾਈਨਸ प्लस what is the differentiation of 2t? 2 बाहर आ गया, t ਦੀ differentiation 1 plus 0। हाँ जी 0 क्यों? क्योंकि कांस्टेंट टर्म ਜਿਹੜੀ ਹੁੰਦੀ ਹੈ ਉਹਦੀ differentiation ਜਿਹੜੀ ਹੈ 0। ਕਿਉਂਕਿ ਇੱਥੇ ਵੀ ਸਮਝਾਇਆ ਸੀ ਜੇਕਰ velocity constant ਹੈ ਤੇ ਉਹਦੀ differentiation 0 ਹੋਏਗੀ ਤਦੇ ਸਾਡੀ acceleration ਕਿੰਨੀ ਆਈ ਸੀ 0। now it will be equal to 8t। ਇਹ ਸਾਡੇ ਕੋਲ ਜਿਹੜਾ ਆਨਸਰ ਆ ਗਿਆ 8t plus ਸਾਡੇ ਕੋਲ ਆ ਗਿਆ 2, it is velocity। हाँ जी क्लियर। नाउ एक्सेलरेशन निकालनी है सानू, फिर a निकालना पड़ेगा, इट विल बी dv
divided by dt. You can write it as d2x by dt square, क्योंकि ਅਸੀਂ एक बारी होर डिफरेंशिएशन कर रहे हैं. नाउ आंसर क्या आएगा? 8 बाहर आ जाएगा. t की डिफरेंशिएशन 1 प्लस 0, इट विल बी 8 मीटर पर सेकंड स्क्वायर. हाँ जी, एक्सेलरेशन यूनिफॉर्म है कि नॉन यूनिफॉर्म? दिस एक्सेलरेशन इज यूनिफॉर्म, क्योंकि आंसर दे विच साडे कोल टाइम नहीं आया. हाँ जी, क्लियर. कोई भी फॉर्मूला ਤੁਹਾਨੂੰ ਕਿਹਾ ਜਾਵੇਗਾ ਕਿ यूनिफॉर्म एक्सेलरेशन है कि नॉन यूनिफॉर्म, ਤੁਸੀਂ ਦੇਖਣਾ ਕਿ ਟਾਈਮ ਹੈਗਾ ਕਿ ਨਹੀਂ. ਜੇ ਟਾਈਮ ਹੈਗਾ ਤੇ ਨॉन यूनिफॉर्म, ਜੇ ਟਾਈਮ ਤੋਂ ਬਿਨਾ ਹੈ ਫਿਰ ਅਸੀਂ ਬੋਲ ਸਕਦੇ ਹਾਂ यूनिफॉर्म. ਤੇ ਇਸ ਤੋਂ ਬਾਅਦ now we are going to discuss some important graphs for accelerated motion. ਜਿਹੜਾ ਅਸੀਂ ਕੱਲ ਪਾਰਟ 1 ਕੀਤਾ ਹੈ ਉਹਦੇ ਵਿੱਚ ਵੀ ਮੈਂ ਗ੍ਰਾਫ ਡਿਸਕਸ ਕੀਤੇ ਸੀ, ਪਰ ਉਹ ਜਿਹੜਾ ਸੀਗਾ ਸਾਡੇ ਕੋਲ ਯੂਨੀਫਾਰਮ ਮੋਸ਼ਨ ਵਾਸਤੇ ਸੀ, ਉੱਥੇ ਐਕਸਲਰੇਸ਼ਨ ਨਹੀਂ ਸੀ. ਅੱਜ ਜਿਹੜੇ ਆ ਗ੍ਰਾਫ ਜਿਹੜੇ ਅਸੀਂ ਦੁਬਾਰਾ ਸਟੱਡੀ ਕਰਨ ਲੱਗੇ ਆ, ਇਹ ਕਾਦੇ ਵਾਸਤੇ ਹੈਗੇ ਨੇ? ਹਾਂਜੀ, ਯੂਨੀਫਾਰਮ ਐਕਸਲਰੇਸ਼ਨ. ਠੀਕ ਹੈ, ਉਹਦੇ ਬਾਰੇ ਜਿਹੜੇ ਨੇ ਆਪਾਂ ਗ੍ਰਾਫ ਜਿਹੜੇ ਆਪਾਂ ਸਟੱਡੀ ਕਰਨ ਲੱਗੇ ਆ. ਨਾਓ ਪਹਿਲਾ ਕਿਹੜਾ ਗ੍ਰਾਫ ਹੈ? ਵੈਲੋਸਿਟੀ ਟਾਈਮ ਗ੍ਰਾਫ. ਪਹਿਲਾਂ ਇਹਨੂੰ ਆਪਾਂ ਡਿਸਕਸ ਕਰਦੇ ਆ. देखो, एक पासे वेलोसिटी प्लॉट कीती है, एक्स एक्सिस वाले पासे ਅਸੀਂ टाइम प्लॉट ਕੀਤਾ ਹੈ. ਇਹਨੂੰ ਅਸੀਂ ਬੋਲਦੇ ਹਾਂ वेलोसिटी टाइम ग्राफ. ਜੇਕਰ वेलोसिटी टाइम ग्राफ ਬਿਲਕੁਲ ਸਟ੍ਰੇਟ ਲਾਈਨ ਆ ਰਿਹਾ ਹੈ, if the velocity time graph is just a straight line, it means ਤੇ ਇਹ ਜਿਹੜੀ ਹੈ यूनिफॉर्म पॉजिटिव एक्सेलरेशन है. पर ध्यान देना है, ਇਹ ग्राफ इस तरह नहीं होना चाहिए. ਇਹ इंक्लाइंड है. ਇਹ ग्राफ हैगा inclined towards time axis. If the velocity time graph is inclined towards time axis, then it represents uniform positive acceleration. ਇਹਦਾ ਸਲੋਪ ਜਿਹੜਾ ਹੈ ਸਾਨੂੰ ਕੀ ਦੱਸੇਗਾ? ਪੋਜ਼ਿਟਿਵ ਐਕਸਲਰੇਸ਼ਨ, ਕਿਉਂਕਿ ਇਧਰ ਨੂੰ ਸਲੋਪ ਜਿਹੜਾ ਹੈ ਉਹ ਪੋਜ਼ਿਟਿਵ ਹੁੰਦਾ ਹੈ, ਤੇ ਇਹ ਵਾਲਾ ਜਿਹੜਾ ਸਲੋਪ ਹੈ ਇਹ ਸਾਡੇ ਕੋਲ ਕੀ ਹੈਗਾ? ਇਹ ਨੈਗੇਟਿਵ ਸਲੋਪ ਹੈ. ਹਾਂਜੀ, ਕਲੀਅਰ. वेलोसिटी टाइम ग्राफ ਸਾਡੇ ਕੋਲ ਇਸ ਤਰ੍ਹਾਂ ਦਾ ਆ ਰਿਹਾ. ਇਹਦਾ ਮਤਲਬ ਜੇ ਆ ਤੇ ਫਿਰ ਵੀ ਉਹ ਸਟ੍ਰੇਟ ਲਾਈਨ ਰਿਹਾ, ਜੇ ਸਟ੍ਰੇਟ ਲਾਈਨ ਆ ਰਿਹਾ ਇਹਦਾ ਮਤਲਬ ਹੈਗੀ ਆ ਵੀ ਯੂਨੀਫਾਰਮ ਐਕਸਲਰੇਸ਼ਨ ਹੈ, ਪਰ ਸਲੋਪ 네ਗੇਟਿਵ ਹੋਣ ਕਰਕੇ ਇਹ ਸਾਡਾ ਜਿਹੜਾ 네ਗੇਟਿਵ ਐਕਸਲਰੇਸ਼ਨ ਨੂੰ ਜਿਹੜਾ ਹੈ ਇਹ ਰਿਪਰੈਜ਼ੈਂਟ ਕਰੇਗਾ. ਕਲੀਅਰ. ਤੇ ਇੱਕ ਗ੍ਰਾਫ ਇਸ ਤਰ੍ਹਾਂ ਵੀ ਆ ਸਕਦਾ ਹੈ. ਮੰਨ ਲਓ ਵੀ ਆ ਟਾਈਮ, ਇਧਰ ਨੂੰ ਵੈਲੋਸਿਟੀ, ਤੇ ਗ੍ਰਾਫ ਮੰਨ ਲਓ ਵੀ ਇਸ ਤਰ੍ਹਾਂ ਆ ਰਿਹਾ. ਹੁਣ ਦੱਸੋ ਕਿ ਇਸ ਗ੍ਰਾਫ ਦਾ ਕੋਈ ਸਲੋਪ ਹੈ? ਕਿਉਂਕਿ ਸਲੋਪ ਸਾਨੂੰ ਕੀ ਦੱਸਦਾ ਹੈ? ਐਕਸਲਰੇਸ਼ਨ. ਪਰ ਇਸ ਵੈਲੋਸਿਟੀ ਟਾਈਮ ਗ੍ਰਾਫ ਵਿੱਚ ਕੋਈ ਸਲੋਪ ਨਹੀਂ ਹੈ. ਸਲੋਪ ਬੇਟਾ ਇਸ ਤਰ੍ਹਾਂ ਹੁੰਦਾ ਹੈ. ਕਲੀਅਰ. ਇਸ ਲਾਈਨ ਦਾ ਕੋਈ ਸਲੋਪ ਨਹੀਂ, ਐਕਸ ਐਕਸਿਸ ਦਾ ਕੋਈ ਸਲੋਪ ਨਹੀਂ. ਹੁਣ ਸਲੋਪ ਵਾਧਾ ਪਿਆ, ਵਾਧਾ 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 ਜਿਹੜਾ ਇਨਫਾਈਨਾਈਟ ਹੋ ਗਿਆ. ਹਾਂਜੀ, ਇਹਦਾ ਕੋਈ ਸਲੋਪ ਹੈ? ਜੇ ਸਲੋਪ ਨਹੀਂ, ਇਹਦਾ ਮਤਲਬ ਇੱਥੇ ਸਾਡੇ ਕੋਲ ਜਿਹੜੀ ਹੈ ਉਹ ਐਕਸਲਰੇਸ਼ਨ ਜਿਹੜੀ ਹੈ ਉਹ ਜ਼ੀਰੋ ਆਏਗੀ. ਆ ਤਿੰਨ ਗ੍ਰਾਫ ਬੇਟਾ ਇਹਨੂੰ ਨੋਟ ਕਰ ਲਓ. ਵੈਲੋਸਿਟੀ ਟਾਈਮ ਗ੍ਰਾਫ ਪੋਜ਼ਿਟਿਵ ਐਕਸਲਰੇਸ਼ਨ ਦਾ, ਨੈਗੇਟਿਵ ਦਾ ਤੇ ਜ਼ੀਰੋ ਦਾ. ਕਲੀਅਰ. ਤੇ ਜਿਹੜਾ ਸਲੋਪ ਹਰ ਜਗ੍ਹਾ ਤੇ ਸੇਮ ਹੈਗਾ, ਹਰ ਜਗ੍ਹਾ ਤੇ ਸਲੋਪ ਸੇਮ ਹੋਣ ਕਰਕੇ ਯੂਨੀਫਾਰਮ ਵਰਡ ਲਗਾ ਰਹੇ ਹਾਂ. ਕਲੀਅਰ. ਨਾਓ ਨੈਕਸਟ ਇਜ਼ ਪੋਜੀਸ਼ਨ ਟਾਈਮ ਗ੍ਰਾਫ ਫॉर accelerated motion. Now this is the position and this is the time, position time graph. ਜਦੋਂ ਪੋਜ਼ਿਟਿਵ ਐਕਸਲਰੇਸ਼ਨ ਹੋਏਗੀ, ਗ੍ਰਾਫ ਜਿਹੜਾ ਹੈ ਇੱਕਦਮ ਦੇਖੋ ਧਿਆਨ ਨਾਲ, ਉਹ ਸਾਡੇ ਕੋਲ ਕੀ ਆਂਦਾ ਹੈ? ਕਰਵਡ ਗ੍ਰਾਫ ਆਏਗਾ ਸਾਡੇ ਕੋਲ. ਕਲੀਅਰ. ਨਾਓ ਦਿਸ ਇਜ਼ the graph for negative acceleration. ਉਹ ਗ੍ਰਾਫ ਇਸ ਤਰ੍ਹਾਂ ਕਰਵਾਏਗਾ. ਤੇ ਜੇਕਰ ਸਾਡੇ ਕੋਲ ਐਕਸਲਰੇਸ਼ਨ ਹੈ ਹੀ ਨਹੀਂ, ਇਹਦਾ ਮਤਲਬ ਜੇ ਐਕਸਲਰੇਸ਼ਨ ਨਹੀਂ ਹੈ ਤੇ ਉਹਦੀ ਜਿਹੜੀ ਪੋਜੀਸ਼ਨ ਹੈ ਉਹ ਯੂਨੀਫਾਰਮਲੀ ਜਿਹੜੀ ਹੈ ਉਹ ਚੇਂਜ ਹੋਏਗੀ. ਇੱਕ ਸਾਰ ਉਹਦੀ ਪੋਜੀਸ਼ਨ ਚੇਂਜ ਹੋਏਗੀ. ਇਟ ਵਿਲ ਮੂਵ ਵਿਦ ਯੂਨੀਫਾਰਮ ਵੈਲੋਸਿਟੀ. ਇੱਥੇ ਵੈਲੋਸਿਟੀ ਜਿਹੜੀ ਕਿਹੜੀ ਹੈ ਉਹ ਸਾਡੇ ਕੋਲ ਆ ਜਾਏਗਾ, ਹਾਂਜੀ, ਯੂਨੀਫਾਰਮ ਵੈਲੋਸਿਟੀ. ਇਹ ਜਿਹੜੇ ਗ੍ਰਾਫਸ ਨੇ ਇਹਨਾਂ ਨੂੰ ਕੰਫਿਊਜ਼ ਨਹੀਂ ਕਰਨਾ. ਕੱਲ ਦੇ ਲੈਕਚਰ ਵਿੱਚ ਯੂਨੀਫਾਰਮ ਮੋਸ਼ਨ ਦੇ ਗ੍ਰਾਫ ਸੀ, ਅੱਜ ਦੇ ਲੈਕਚਰ ਵਿੱਚ ਆ ਗ੍ਰਾਫ ਹੈਗੇ ਨੇ ਸਾਡੇ ਐਕਸਲਰੇਟਿਡ ਮੋਸ਼ਨ ਦੇ. ਆਓ ਇਸ ਤੋਂ ਬਾਅਦ ਅਸੀਂ ਕੁਝ ਹੋਰ ਕੁਐਸਚਨਸ ਜਿਹੜੇ ਆਪਾਂ ਡਿਸਕਸ ਕਰਦੇ ਹਾਂ. ਨਾਓ ਬੇਟਾ ਇਹ ਜਿਹੜੇ ਗ੍ਰਾਫ ਨੇ ਇਹਨਾਂ ਨੂੰ ਆਪਾਂ ਹੁਣ ਡਿਸਕਸ ਕਰਨ ਲੱਗੇ ਹਾਂ. ਇਹ ਪਹਿਲਾ ਜਿਹੜਾ ਗ੍ਰਾਫ ਮੈਂ ਪਲਾਟ ਕੀਤਾ ਹੈ, ਤੁਸੀਂ ਮੈਨੂੰ ਇਸ ਵਿੱਚ ਦੱਸਣਾ ਹੈ ਕਿ x0 ਦਾ ਸਾਈਨ ਕਿਹੜਾ ਹੈ
ਤੇ ਵੈਲੋਸਿਟੀ ਦਾ ਸਾਈਨ ਕਿਹੜਾ ਹੋਏਗਾ। ਪਹਿਲੀ ਗੱਲ ਤੇ ਹੈ ਗ੍ਰਾਫ ਕਿਹੜਾ ਹੈ, ਪੋਜੀਸ਼ਨ ਟਾਈਮ ਗ੍ਰਾਫ, ਤੇ ਪੋਜੀਸ਼ਨ ਟਾਈਮ ਗ੍ਰਾਫ ਦਾ ਜਿਹੜਾ ਸਲੋਪ ਹੈ ਸਾਨੂੰ ਵੈਲੋਸਿਟੀ ਦੱਸਦਾ ਹੈ। ਕਲੀਅਰ। ਜੇ ਲਾਈਨ ਇਸ ਤਰ੍ਹਾਂ ਹੈ, ਮੈਂ ਅੱਗੇ ਸਮਝਾਇਆ ਤੁਹਾਨੂੰ ਹੁਣੇ, ਇਹ ਪੋਜ਼ਿਟਿਵ ਸਲੋਪ ਦੀ ਨਿਸ਼ਾਨੀ ਹੁੰਦੀ ਹੈ, ਇਹ ਨੈਗੇਟਿਵ ਸਲੋਪ ਦੀ ਨਿਸ਼ਾਨੀ ਹੈ। ਕਲੀਅਰ। ਨਾਓ ਦਿਸ ਇਜ਼ ਪੋਜ਼ਿਟਿਵ ਸਲੋਪ। ਵੈਸੇ ਦੇਖੀਦਾ ਕਿਸ ਤਰ੍ਹਾਂ, ਦੇਖੋ ਇਥੋਂ ਐਂਗਲ ਦੇਖ ਲਓ, ਜੇ ਐਂਗਲ 90 ਤੋਂ ਘੱਟ ਆ ਰਿਹਾ, ਦੇਖੋ ਐਂਗਲ 90 ਤੋਂ ਘੱਟ ਹੈ, ਫਿਰ ਉਹ ਪੋਜ਼ਿਟਿਵ ਸਲੋਪ ਹੈ, ਤੇ ਆਹ ਵਾਲਾ ਦੇਖੋ ਐਂਗਲ ਜਿਹੜਾ ਹੈ 90 ਤੋਂ ਜ਼ਿਆਦਾ ਹੈ, ਤੇ ਉਹ ਸਾਡਾ ਜਿਹੜਾ ਹੈ ਉਹ ਨੈਗੇਟਿਵ ਸਲੋਪ ਹੁੰਦਾ ਹੈ। ਚਲੋ ਹੁਣ ਮੈਨੂੰ ਸਾਰਾ ਪਹਿਲਾਂ ਦੱਸੋ ਕਿ ਇਹਦੇ ਵਿੱਚ x0 ਦਾ ਇਨੀਸ਼ੀਅਲ ਪੋਜੀਸ਼ਨ ਦਾ ਸਾਈਨ ਕਿਹੜਾ ਹੈ। ਇਹਦਾ ਸਾਈਨ ਕੀ ਆਏਗਾ, ਪੋਜ਼ਿਟਿਵ, ਕਿਉਂਕਿ ओरिजिन ਤੋਂ ਉੱਪਰ ਹੈ। ਕਲੀਅਰ। ਨਾਓ ਸਲੋਪ ਸਾਨੂੰ ਕੀ ਦੱਸਦਾ ਹੈ, ਵੈਲੋਸਿਟੀ। ਇਹ ਸਲੋਪ ਕਿਹੜਾ ਹੈ, ਪੋਜ਼ਿਟਿਵ ਸਲੋਪ ਹੈ, ਇਹਦਾ ਮਤਲਬ ਵੈਲੋਸਿਟੀ ਦਾ ਸਾਈਨ ਵੀ ਸਾਡਾ ਕਿਹੜਾ ਆਏਗਾ, ਪੋਜ਼ਿਟਿਵ ਆਏਗਾ। ਨਾਓ ਹੇਅਰ ਪੋਜੀਸ਼ਨ ਦੇਖੋ, ਪੋਜੀਸ਼ਨ ਤੇ ਪੋਜ਼ਿਟਿਵ ਹੈ, ਪਰ ਸਲੋਪ ਕਿਹੜਾ ਹੈ, ਨੈਗੇਟਿਵ, ਤੇ ਸਲੋਪ ਸਾਨੂੰ ਕੀ ਦੱਸਦਾ ਹੈ, ਵੈਲੋਸਿਟੀ। ਇੱਥੇ ਵੈਲੋਸਿਟੀ ਸਾਡੇ ਕੋਲ ਕਿਹੜੀ ਆਏਗੀ, ਨੈਗੇਟਿਵ ਆਏਗੀ। ਨਾਓ ਹੇਅਰ ਇਥੋਂ ਗ੍ਰਾਫ ਸਟਾਰਟ ਹੋ ਰਿਹਾ, ਦੇਖੋ ਇਹਦੀ ਵੈਲਿਊ ਕਿੰਨੀ ਆ ਗਈ, ਇਨੀਸ਼ੀਅਲ ਪੋਜੀਸ਼ਨ ਸਾਡੀ ਆ ਗਈ ਨੈਗੇਟਿਵ, ਪਰ ਉੱਪਰ ਨੂੰ ਜਾ ਰਿਹਾ ਗ੍ਰਾਫ, ਦੇਖੋ ਲਾਈਕ ਦਿਸ। ਇਹ ਜਿਹੜਾ ਗ੍ਰਾਫ ਦਾ ਸਲੋਪ ਕੀ ਹੈ, ਪੋਜ਼ਿਟਿਵ, ਤੇ ਇਹਦਾ ਮਤਲਬ ਸਾਡੀ ਜਿਹੜੀ ਹੈ ਉਹ ਵੈਲੋਸਿਟੀ ਵੀ ਜਿਹੜੀ ਸਾਡੀ ਕੀ ਆਏਗੀ, ਉਹ ਪੋਜ਼ਿਟਿਵ ਆਏਗੀ। ਹਾਂਜੀ ਕਲੀਅਰ। ਇਸ ਤਰ੍ਹਾਂ ਤੁਸੀਂ ਫਾਈਂਡ ਆਊਟ ਕਰ ਸਕਦੇ ਆ। ਹੋ ਸਕਦਾ 4 ਗ੍ਰਾਫ ਦਿੱਤੇ ਹੋਣ ਜਾਂ ਇੱਕ ਗ੍ਰਾਫ ਦਿੱਤਾ ਹੋਵੇ, ਉਹਦੇ ਵਿੱਚ ਤੁਹਾਨੂੰ ਲੱਭਣ ਨੂੰ ਕਿਹਾ ਜਾਵੇ ਕਿ ਪੋਜੀਸ਼ਨ ਤੇ ਵੈਲੋਸਿਟੀ ਦਾ ਸਾਈਨ ਦੱਸੋ। ਨਾਓ ਇੱਕ ਆ ਦੇਖੋ ਸਾਡੇ ਕੋਲ ਗ੍ਰਾਫ ਹੈ, ਕਾਹਦੇ ਵਿੱਚ ਗ੍ਰਾਫ ਹੈ, ਪੋਜੀਸ਼ਨ ਤੇ ਟਾਈਮ। ਇਸ ਤਰ੍ਹਾਂ ਦਾ ਦੇਖੋ ਸਾਡੇ ਕੋਲ ਗ੍ਰਾਫ ਹੈ। ਕੀ ਇਹ ਗ੍ਰਾਫ ਜਿਹੜਾ ਹੈ 1 ਡਾਈਮੈਂਸ਼ਨ ਮੋਸ਼ਨ ਦੇ ਵਿੱਚ ਪੋਸੀਬਲ ਹੈ, whether this graph is possible or not। ਧਿਆਨ ਨਾਲ ਦੇਖੋ, ਪਹਿਲਾਂ ਜੋ ਪੋਜੀਸ਼ਨ ਵੱਧ ਰਹੀ ਹੈ, ਜੋ ਬਾਡੀ ਦੀ ਪੋਜੀਸ਼ਨ ਜਿਹੜੀ ਵੱਧ ਰਹੀ ਹੈ, ਪਹਿਲਾਂ ਟਾਈਮ ਵਧਦਾ ਪਿਆ ਹੈ, ਦੇਖੋ ਟਾਈਮ, ਪਹਿਲਾਂ ਟਾਈਮ ਇਨਕਰੀਜ਼ ਹੋ ਰਿਹਾ ਹੈ, ਬਾਅਦ ਚੋਂ ਟਾਈਮ ਡਿਕਰੀਜ਼ ਹੋ ਰਿਹਾ ਹੈ। ਬੇਟਾ ਟਾਈਮ ਇਸ ਤਰ੍ਹਾਂ ਕਦੀ ਨਹੀਂ ਹੁੰਦਾ, ਟਾਈਮ ਤੇ ਵੱਧਦਾ ਹੀ ਜਾਏਗਾ। ਕਲੀਅਰ। ਦੂਜੇ ਪਾਸੇ ਦੇਖੀਏ, ਇੱਕ ਆ ਟਾਈਮ ਦੀ ਵੈਲਿਊ ਲੈ ਲਓ ਕੋਈ, ਮੰਨ ਲਓ ਵੀ ਸਾਡੇ ਕੋਲ 2 ਸੈਕਿੰਡ ਹੈ, 2 ਸੈਕਿੰਡ ਦੇ ਗ੍ਰਾਫ 2 ਜਗ੍ਹਾ ਤੇ ਕੱਟ ਕਰ ਰਿਹਾ। ਦੇਖੋ ਇਹਦਾ ਮਤਲਬ 2 ਸੈਕਿੰਡ ਬਾਅਦ ਬਾਡੀ ਦੀ ਇੱਕ ਆ ਪੋਜੀਸ਼ਨ ਆ ਰਹੀ ਹੈ, ਤੇ 2 ਸੈਕਿੰਡ ਬਾਅਦ ਬਾਡੀ ਇੱਥੇ ਵੀ ਹੋਏਗੀ। ਇੱਕੋ ਟਾਈਮ ਤੇ ਦੋ ਪੋਜੀਸ਼ਨਸ ਜਿਹੜੀਆਂ ਨੇ ਬਾਡੀ ਦੀਆਂ, ਇਹ ਪੋਸੀਬਲ ਨਹੀਂ ਹੁੰਦੀਆਂ ਕਦੀ ਵੀ 1 ਡਾਈਮੈਂਸ਼ਨ ਮੋਸ਼ਨ ਦੇ ਵਿੱਚ। ਇਸ ਕਰਕੇ ਇਹ ਗ੍ਰਾਫ ਜਿਹੜਾ ਹੈ ਪੋਸੀਬਲ ਨਹੀਂ ਹੈ। ਨਾਓ ਵੈਦਰ ਦਿਸ ਗ੍ਰਾਫ ਇਜ਼ ਪੋਸੀਬਲ, ਵੈਲੋਸਿਟੀ ਤੇ ਟਾਈਮ ਗ੍ਰਾਫ ਹੈ। ਸੇਮ ਤੁਸੀਂ ਚੈੱਕ ਕਿਵੇਂ ਕਰਨਾ ਹੈ, ਹਾਂਜੀ ਇੱਥੇ ਕੋਈ ਟਾਈਮ ਦੀ ਵੈਲਿਊ ਲੈ ਲਈ, ਹਾਂਜੀ ਇਹ ਟਾਈਮ ਦੀ ਵੈਲਿਊ ਦੇਖੋ 2 ਜਗ੍ਹਾ ਤੇ ਕੱਟ ਕਰ ਰਹੀ ਹੈ, ਇੱਥੇ ਤੇ ਇੱਥੇ। ਇਹਦਾ ਮਤਲਬ ਇੱਕੋ ਟਾਈਮ ਦੇ ਉੱਤੇ ਦੋ ਸਾਡੇ ਕੋਲ ਵੈਲੋਸਿਟੀਜ਼ ਹੈਗੀਆਂ ਨੇ, ਇੱਕੋ ਟਾਈਮ ਤੇ ਬਾਡੀ ਕੋਲ ਦੋ ਵੈਲੋਸਿਟੀਜ਼ ਨੇ, ਵਿਚ ਇਜ਼ ਇੰਪੋਸੀਬਲ। ਇਸ ਕਰਕੇ ਇਹ ਵੀ ਗ੍ਰਾਫ ਜਿਹੜਾ ਹੈ ਸਾਡਾ 1 ਡਾਈਮੈਂਸ਼ਨ ਮੋਸ਼ਨ ਨੂੰ ਰਿਪਰੈਜ਼ੈਂਟ ਨਹੀਂ ਕਰੇਗਾ। ਨਾਓ ਵੈਦਰ ਦਿਸ ਗ੍ਰਾਫ ਰਿਪਰੈਜ਼ੈਂਟ 1 ਡਾਈਮੈਂਸ਼ਨ ਮੋਸ਼ਨ, ਇੱਕ ਪਾਸੇ ਲਿਖਿਆ ਮੈਂ ਦੇਖੋ ਟੋਟਲ ਪਾਥ ਲੈਂਥ। ਬੇਟਾ ਟੋਟਲ ਪਾਥ ਲੈਂਥ ਜਿਹੜੀ ਹੈ ਹਮੇਸ਼ਾ ਵੱਧਦੀ ਜਾਂਦੀ ਹੈ ਜਦੋਂ ਵੀ ਅਸੀਂ ਮੂਵ ਕਰਾਂਗੇ, ਜਿੱਧਰ ਮਰਜ਼ੀ ਜਾਈਏ, ਇਰਰੈਗੂਲਰ ਡਾਇਰੈਕਸ਼ਨ 'ਚ ਜਾਓ, ਟੋਟਲ ਪਾਥ ਲੈਂਥ ਜਿਹੜੀ ਹੈ ਹਮੇਸ਼ਾ ਪਲੱਸ ਹੋਏਗੀ ਜਦੋਂ ਅਸੀਂ ਡਿਸਟੈਂਸ, ਜਿਹਨੂੰ ਅਸੀਂ ਕਹਿੰਦੇ ਆ ਡਿਸਟੈਂਸ ਇਜ਼ ਦਾ ਟੋਟਲ ਲੈਂਥ ਆਫ ਪਾਥ। ਇੱਥੇ ਦੇਖੋ ਪਹਿਲਾਂ ਲੈਂਥ ਆਫ ਪਾਥ ਘਟ ਰਹੀ ਹੈ, ਫਿਰ ਲੈਂਥ ਆਫ ਪਾਥ ਵੱਧ ਰਹੀ ਹੈ, ਫਿਰ ਲੈਂਥ ਆਫ ਪਾਥ ਜਿਹੜੀ ਟਾਈਮ ਦੇ ਅਕੋਰਡਿੰਗ ਘਟਦੀ ਪਈ ਹੈ। ਬੇਟਾ ਇਹ ਗ੍ਰਾਫ ਵੀ ਜਿਹੜਾ ਹੈ ਸਹੀ ਨਹੀਂ ਹੈ, ਕਿਉਂਕਿ ਟੋਟਲ ਲੈਂਥ ਆਫ ਪਾਥ ਹਮੇਸ਼ਾ ਜਿਹੜੀ ਹੈ ਉਹ ਇੰਕਰੀਜ਼ ਹੁੰਦੀ ਹੈ, ਉਹ ਘਟਦੀ ਨਹੀਂ ਹੈ। ਕਲੀਅਰ। ਇਹ ਵੀ ਰਿਪਰੈਜ਼ੈਂਟ ਨਹੀਂ ਕਰਦਾ, ਆ ਵੀ ਰਿਪਰੈਜ਼ੈਂਟ ਨਹੀਂ ਕਰੇਗਾ, ਆ ਵੀ ਰਿਪਰੈਜ਼ੈਂਟ ਜਿਹੜਾ ਹੈ ਉਹ 1 ਡਾਈਮੈਂਸ਼ਨ ਮੋਸ਼ਨ ਨੂੰ ਰਿਪਰੈਜ਼ੈਂਟ ਨਹੀਂ ਕਰੇਗਾ। ਇੱਕ ਆ ਗ੍ਰਾਫ ਆ ਗਿਆ, ਇਹਨੂੰ ਤੁਸੀਂ ਆਪਣੇ ਆਪ ਚੈੱਕ ਕਰਨ ਦੀ ਕੋਸ਼ਿਸ਼ ਕਰੋ। ਇੱਕ ਪਾਸੇ ਸਾਡੇ ਕੋਲ ਪੋਜੀਸ਼ਨ ਹੈ, ਇੱਕ ਪਾਸੇ ਸਾਡੇ ਕੋਲ ਕੀ ਹੈਗਾ, ਟਾਈਮ। ਨਾਓ ਇੱਥੇ ਕੋਈ ਟਾਈਮ ਲੈ ਕੇ ਦੇਖੋ, ਗ੍ਰਾਫ ਇੱਥੇ ਵੀ ਕੱਟ ਕਰਦਾ ਹੈ, ਇਸੇ ਟਾਈਮ ਤੇ ਗ੍ਰਾਫ ਇੱਥੇ ਵੀ ਕੱਟ ਕਰ ਰਿਹਾ ਹੈ। ਕਹਿਣ ਦਾ ਮਤਲਬ ਇਸ ਸੇਮ ਟਾਈਮ ਦੇ ਉੱਤੇ ਸਾਡੇ ਕੋਲ ਕਿੰਨੀਆਂ ਪੋਜੀਸ਼ਨਸ ਆ ਰਹੀਆਂ ਨੇ, 2 ਪੋਜੀਸ਼ਨਸ ਆ ਰਹੀਆਂ ਨੇ। ਇੱਕੋ ਟਾਈਮ ਤੇ ਬਾਡੀ ਇੱਥੇ ਵੀ ਹੈ, ਸੇਮ ਟਾਈਮ ਤੇ ਬਾਡੀ ਇੱਥੇ ਵੀ ਹੈ, ਉਹ ਵੀ ਸਾਡੇ ਕੋਲ ਜਿਹੜਾ ਹੈ ਇੰਪੋਸੀਬਲ ਹੈ। ਇਸ ਕਰਕੇ ਜਿਹੜਾ ਹੈ ਇਹ ਵੀ ਗ੍ਰਾਫ 1 ਡਾਈਮੈਂਸ਼ਨ ਮੋਸ਼ਨ ਨੂੰ ਰਿਪਰੈਜ਼ੈਂਟ ਨਹੀਂ ਕਰੇਗਾ। ਹਾਂਜੀ ਕਲੀਅਰ। ਆਈ ਥਿੰਕ ਤੁਹਾਨੂੰ ਇਹ ਸਾਰੇ ਗ੍ਰਾਫ ਜਿਹੜੇ ਚੰਗੇ ਤਰੀਕੇ ਨਾਲ ਕਲੀਅਰ ਹੋ ਗਏ। ਆਓ ਇਸ ਤੋਂ ਬਾਅਦ ਅਸੀਂ ਨੈਕਸਟ ਹੋਰ ਇੰਪੋਰਟੈਂਟ ਜਿਹੜੇ ਪੁਆਇੰਟ ਜਿਹੜੇ ਆ ਆਪਾਂ ਡਿਸਕਸ ਕਰਦੇ ਹਾਂ।
नाउ आओ हुण जिहड़ा बेटा कुछ इंपॉर्टेंट पॉइंट्स जिहड़े आपां डिस्कस करते हैं। पहला पॉइंट, कैन द डायरेक्शन ऑफ वेलोसिटी ऑफ बॉडी चेंज व्हेन एक्सेलरेशन इज कांस्टेंट। की बॉडी दी वेलोसिटी दी डायरेक्शन चेंज हो सकती है जदों एक्सेलरेशन कांस्टेंट होवे। की यह पॉसिबल है? यस, यह पॉसिबल है। जिस तरह बेटा इनू मैं ऊपर नू सुटदा, जदों यह ऊपर नू जा रही है साडे कोल वेलोसिटी अपवर्ड डायरेक्शन च होएगी। जदों यह हाईएस्ट पॉइंट ते बॉडी पहुंच जाएगी देन इट विल कम बैक। ਇਹਦਾ मतलब ਇਹਦੀ डायरेक्शन ऑफ वेलोसिटी चेंज हो गई, बट ਜਾਂਦਿਆਂ ਵੇਲੇ ਵੀ एक्सेलरेशन ग्रेविटी वाली नीचे ਨੂੰ है ਤੇ बॉडी ਭਾਵੇਂ नीचे ਨੂੰ आ रही है, फिर भी ਸਾਡੀ एक्सेलरेशन ਜਿਹੜੀ है ग्रेविटी वाली ਜਿਹੜੀ ਉਹ नीचे ਨੂੰ ही होएगी। ਇਹਦਾ मतलब कि वेलोसिटी बॉडी ਦੀ चेंज हो सकती है ਜਦੋਂ एक्सेलरेशन कांस्टेंट होवे। यस, when body moves upward and come down, here velocity direction change, but the acceleration due to gravity direction always remains same, which is vertically downward. Now ਇਹਦਾ आंसर ਸਾਡੇ ਕੋਲ ਕੀ ਆਏਗਾ? yes, ਇਹ ਹੋ ਸਕਦਾ ਹੈ। clear? दूसरा, can body still possess acceleration if velocity is zero? कि किसी बॉडी कोल velocity खत्म हो गई, velocity नहीं है, कि ਉਹਦੇ ਕੋਲ एक्सेलरेशन हो सकती है? yes, ਜਦੋਂ ਬੋਡੀ ਹਾਈਐਸਟ ਪੁਆਇੰਟ ਤੇ ਪਹੁੰਚਦੀ ਹੈ, ਹਾਈਐਸਟ ਪੁਆਇੰਟ ਦੇ ਉੱਤੇ ਸਾਡੀ ਫਾਈਨਲ ਵੈਲੋਸਿਟੀ ਕਿੰਨੀ ਹੁੰਦੀ ਹੈ? 0 ਹੁੰਦੀ ਹੈ। ਹਾਈਐਸਟ ਪੁਆਇੰਟ ਤੇ ਫਾਈਨਲ ਵੈਲੋਸਿਟੀ 0, ਬਟ ਸਟਿਲ ਇਟ ਹੈਵ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਵਿਚ ਇਜ਼ ਐਕਟਿੰਗ ਵਰਟੀਕਲੀ ਡਾਊਨਵਰਡ। ਇਹ ਵੀ ਸਾਡੇ ਕੋਲ ਪੋਸੀਬਲ ਹੈ। ਕੀ ਪੋਸੀਬਲ ਹੈ? ਯੈਸ, ਹਾਈਐਸਟ ਪੁਆਇੰਟ ਤੇ ਕਿਹੜੀ ਚੀਜ਼ 0 ਹੁੰਦੀ ਹੈ? ਫਾਈਨਲ ਵੈਲੋਸਿਟੀ 0, ਤੇ ਉੱਥੇ ਫਿਰ ਵੀ ਸਾਡੇ ਕੋਲ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੋਏਗੀ। ਤੀਸਰਾ ਅਸੀਂ ਚੈੱਕ ਕਰਨਾ ਹੈ ਟਰੂ ਕੇ ਫਾਲਸ। ਕਾਂਸਟੈਂਟ ਸਪੀਡ, ਸਪੀਡ ਸਾਡੀ ਕਾਂਸਟੈਂਟ ਹੈ ਪਰ ਵੇਰਿੰਗ ਵੈਲੋਸਿਟੀ, ਟਰੂ ਕੇ ਫਾਲਸ? ਹਾਂਜੀ, ਕਾਂਸਟੈਂਟ ਸਪੀਡ ਵੇਰਿੰਗ ਵੈਲੋਸਿਟੀ। ਜਦੋਂ ਵੀ ਬੋਡੀ ਸਰਕਲ ਚ ਮੂਵ ਕਰਦੀ ਹੈ, ਸਰਕਲ ਵਾਲੇ ਕੇਸ ਚ ਸਪੀਡ ਹਰ ਜਗ੍ਹਾ ਤੇ ਸੇਮ ਰਹਿ ਸਕਦੀ ਹੈ। क्लियर? पर हर जगह ते डायरेक्शन चेंज होने करके ओदी वेलोसिटी चेंज होएगी। ਇਹਦਾ मतलब कांस्टेंट स्पीड हो सकती है ते वेरिंग वेलोसिटी क्यों? क्योंकि डायरेक्शन चेंज होती है सर्कुलर मोशन च। ਇਹਦਾ मतलब ਇਹ ਸਾਡੇ ਕੋਲ ਕੀ ਹੈਗਾ? ट्रू हैगा। ਕਿਹੜੀ एग्जांपल है? सर्कुलर मोशन। दूसरा, एक्सेलरेशन हैगी है पर कांस्टेंट स्पीड हैगी है। स्पीड कांस्टेंट है, ਜਿਵੇਂ ਸਰਕੂਲਰ ਐਗਜ਼ਾਮਪਲ ਲੈ ਲਈਏ, ਸਪੀਡ ਮੰਨ ਲਓ ਬੋਡੀ ਦੀ ਜਿਹੜੀ ਹੈ ਉਹ ਕਾਂਸਟੈਂਟ ਹੈ, ਬੋਡੀ ਮੂਵ ਕਰ ਰਹੀ ਹੈ ਸਰਕਲ ਦੇ ਵਿੱਚ, ਸਪੀਡ ਕਾਂਸਟੈਂਟ ਹੈ, ਪਰ ਕਿਹੜੀ ਚੀਜ਼ ਚੇਂਜ ਹੋ ਰਹੀ ਹੈ? ਵੈਲੋਸਿਟੀ ਚੇਂਜ ਹੋ ਰਹੀ ਹੈ। ਤੇ ਜਿੱਥੇ ਵੈਲੋਸਿਟੀ ਵਿੱਚ ਚੇਂਜ ਆਏਗੀ ਤੇ ਉੱਥੇ ਕੀ ਪੈਦਾ ਹੋਏਗਾ? ਐਕਸਲਰੇਸ਼ਨ ਪੈਦਾ ਹੋਏਗੀ। ਇਹਦਾ ਮਤਲਬ ਕਾਂਸਟੈਂਟ ਸਪੀਡ ਦੇ ਨਾਲ ਐਕਸਲਰੇਸ਼ਨ ਹੋ ਸਕਦੀ ਹੈ। ਕਿਹੜੀ ਐਗਜ਼ਾਮਪਲ? ਯੂਨੀਫਾਰਮ ਸਰਕੂਲਰ ਮੋਸ਼ਨ, ਇਟ ਇਜ਼ ਆਲਸੋ ਟਰੂ। Now the third one, constant velocity. Velocity constant है but varying speed. Velocity ਦੇ ਵਿੱਚ ਅਸੀਂ ਜੇ ਗੱਲ ਕਰੀਏ ਤੇ ਸਾਡੇ ਕੋਲ ਆਉਂਦਾ ਹੈ speed plus ਨਿਕਲਦੀ ਹੈ ਵਿੱਚੋਂ direction। ਹੁਣ ਦੱਸੋ velocity constant ਹੈ। velocity constant ਤਾਂ ਰਹੇਗੀ ਜੇਕਰ ਇਹ ਦੋਨੋਂ ਚੀਜ਼ਾਂ ਕਾਂਸਟੈਂਟ ਹੋਣੀਆਂ ਚਾਹੀਦੀਆਂ ਨੇ। ਸਪੀਡ ਵੀ ਕਾਂਸਟੈਂਟ ਹੋਵੇ, ਡਾਇਰੈਕਸ਼ਨ ਵੀ ਕਾਂਸਟੈਂਟ ਹੋਵੇ, ਪਰ ਸਾਡੇ ਕੋਲ ਦੇਖੋ ਉੱਥੇ ਲਿਖਿਆ ਵੇਰਿੰਗ ਸਪੀਡ। ਅਰੇ ਜੇ ਸਪੀਡ ਹੀ ਵੇਰਿੰਗ ਹੋ ਗਈ ਇਟ ਮੀਨਸ ਵੈਲੋਸਿਟੀ ਜਿਹੜੀ ਹੈ ਉਹ ਕਾਂਸਟੈਂਟ ਨਹੀਂ ਰਹਿ ਸਕਦੀ। ਇਟ ਵਿਲ ਬੀ ਦਾ ਫਾਲਸ ਸਟੇਟਮੈਂਟ। ਇਹ ਸਾਡੀ ਜਿਹੜੀ ਸਟੇਟਮੈਂਟ ਹੈ ਉਹ ਸਾਡੇ ਕੋਲ ਫਾਲਸ ਆ ਗਈ। ਨਾਓ ਨੈਕਸਟ, velocity of a body at the highest point. ਹਾਈਐਸਟ ਪੁਆਇੰਟ ਦੇ ਉੱਤੇ ਬੋਡੀ ਦੀ ਵੈਲੋਸਿਟੀ ਕਿੰਨੀ ਹੁੰਦੀ ਹੈ? ਮੈਂ ਹੁਣੇ ਦੱਸਿਆ ਸੀ ਇਹਦੀ ਵੈਲਿਊ ਕਿੰਨੀ ਆਏਗੀ ਸਾਡੇ ਕੋਲ? 0 ਆਏਗੀ। ਨਾਓ ਨੈਕਸਟ, acceleration of body when velocity time graph perpendicular to time axis. Acceleration ਕਿੰਨੀ ਹੋਏਗੀ ਜਦੋਂ velocity time graph time axis ਦੇ ਜਿਹੜਾ ਹੈ ਸਾਡਾ perpendicular ਹੈ। ਹਾਂਜੀ, ਇਸ ਤਰ੍ਹਾਂ ਦਾ ਗ੍ਰਾਫ ਆ ਗਿਆ। velocity, ਇਧਰ ਨੂੰ velocity ਤੇ at time graph is like this।
ਹੁਣ ਦੱਸੋ ਐਕਸਲੇਸ਼ਨ ਕਿੰਨੀ ਹੋਏਗੀ। ਪਹਿਲਾਂ ਦੱਸੋ ਵੈਲੋਸਿਟੀ ਟਾਈਮ ਗ੍ਰਾਫ ਦਾ ਸਲੋਪ ਕੀ ਦੱਸਦਾ ਹੈ। ਵੈਲੋਸਿਟੀ ਟਾਈਮ ਗ੍ਰਾਫ ਦਾ ਸਲੋਪ ਸਾਨੂੰ ਐਕਸਲੇਸ਼ਨ ਬਾਰੇ ਦੱਸਦਾ ਹੈ। ਕਲੀਅਰ। ਹੁਣ ਇਹ ਲਾਈਨ ਦੇਖੋ ਬਿਲਕੁਲ y ਐਕਸਿਸ ਦੇ ਪੈਰਲਲ ਹੈ ਤੇ y ਐਕਸਿਸ ਦਾ ਸਲੋਪ ਸਾਡਾ ਕਿੰਨਾ ਹੁੰਦਾ ਹੈ, ਇਨਫਿਨਿਟੀ। y ਐਕਸਿਸ ਦਾ ਸਲੋਪ ਕਿੰਨਾ ਹੈ, ਇਨਫਿਨਿਟੀ। ਵੈਲੋਸਿਟੀ ਟਾਈਮ ਗ੍ਰਾਫ ਦਾ ਸਲੋਪ ਸਾਨੂੰ ਐਕਸਲੇਸ਼ਨ ਦੱਸਦਾ ਹੈ ਤੇ ਇਹਦਾ ਸਲੋਪ ਕਿੰਨਾ ਆਏਗਾ, ਇਨਫਿਨਿਟੀ। ਇਹਦਾ ਮਤਲਬ ਸਾਡੀ ਜਿਹੜੀ ਐਕਸਲੇਸ਼ਨ ਜਿਹੜੀ ਆਏਗੀ ਉਹਦੀ ਵੈਲਿਊ ਕਿੰਨੀ ਆਏਗੀ, ਸਾਡੇ ਕੋਲ ਇਨਫਾਈਨਾਈਟ ਜਿਹੜੀ ਹੈ ਉਹਦੀ ਵੈਲਿਊ ਆ ਜਾਏਗੀ। ਹਾਂਜੀ ਕਲੀਅਰ। ਤੇ ਜੇਕਰ ਬਾਈ ਚਾਂਸ ਇਹ ਸਲੋਪ ਗ੍ਰਾਫ ਇਸ ਤਰ੍ਹਾਂ ਦਾ ਆ ਗਿਆ ਤੇ ਹੁਣ ਦੱਸੋ ਵੈਲੋਸਿਟੀ ਟਾਈਮ ਗ੍ਰਾਫ, ਇਹਦਾ ਤੇ ਸਲੋਪ ਹੀ ਨਹੀਂ ਹੈ, ਮੈਂ ਆਲਰੇਡੀ ਡਿਸਕਸ ਕਰ ਚੁੱਕਾ ਹਾਂ। ਇਹਦੇ ਵਿੱਚ ਐਕਸਲੇਸ਼ਨ ਸਾਡੀ ਕਿੰਨੀ ਆਏਗੀ, ਉਹ ਸਾਡੇ ਕੋਲ 0 ਆਏਗੀ। ਲਾਸਟ ਪੁਆਇੰਟ, ਪਾਰਟੀਕਲ ਵਿਦ ਪੋਜ਼ਿਟਿਵ ਐਕਸਲੇਸ਼ਨ। ਜੇਕਰ ਪਾਰਟੀਕਲ ਦੀ ਐਕਸਲੇਸ਼ਨ ਪੋਜ਼ਿਟਿਵ ਹੈ ਕੀ ਉਹ ਫਿਰ ਵੀ ਸਲੋ ਡਾਊਨ ਹੋਏਗਾ, ਕੀ ਉਹਦੀ ਸਪੀਡ ਫਿਰ ਵੀ ਘਟ ਸਕਦੀ ਹੈ। ਯੈਸ, ਜਦੋਂ ਉਹਦੀ ਇਨੀਸ਼ੀਅਲ ਵੈਲੋਸਿਟੀ ਜਿਹੜੀ ਹੈ ਉਹ ਨੈਗੇਟਿਵ ਹੋਵੇ। ਜੇ ਉਹਦੀ ਇਨੀਸ਼ੀਅਲ ਵੈਲੋਸਿਟੀ ਨੈਗੇਟਿਵ ਹੋਏਗੀ ਫਿਰ ਜਿਹੜਾ ਹੈ ਉਹ ਭਾਵੇਂ ਪੋਜ਼ਿਟਿਵ ਐਕਸਲੇਸ਼ਨ ਹੈ ਉਹਦੀ ਜਿਹੜੀ ਹੈ ਉਹ ਸਲੋ ਡਾਊਨ ਹੋਏਗਾ। ਹਾਂਜੀ ਕਲੀਅਰ। ਨਾਓ ਸਾਡੇ ਕੋਲ ਇਹ ਤਿੰਨ ਫਾਰਮੂਲੇ ਜਿਹੜੇ ਨੇ ਇਹਨਾਂ ਨੂੰ ਪਹਿਲਾਂ ਯਾਦ ਕਰ ਲਓ, ਇਹ ਵੀ ਸਾਨੂੰ ਪਤਾ ਨੇ। these are called equations of accelerated motion। ਇਹ ਹੈਗੀਆਂ ਨੇ ਸਾਡੀਆਂ ਇਕੁਏਸ਼ਨਸ। ਹਾਂਜੀ ਕਾਦੀਆਂ, accelerated motion, accelerated motion। ਪਰ ਇਹਦੇ ਵਿੱਚ ਧਿਆਨ ਦੇਣਾ ਹੈ ਕਿ ਐਕਸਲਰੇਸ਼ਨ ਜਿਹੜੀ ਹੈ ਹਮੇਸ਼ਾ ਹੀ यूनिफॉर्म होनी चाहिए है। वैसे पूरा नाम की है, इक्वेशंस ऑफ यूनिफॉर्म एक्सलरेटेड मोशन। इक्वेशंस ऑफ यूनिफॉर्म एक्सलरेटेड मोशन केड़ियां केड़ियां ने, v इज इक्वल टू u प्लस at, s इज इक्वल टू ut प्लस हाफ at स्क्वायर एंड v स्क्वायर माइनस u स्क्वायर इज इक्वल टू 2as। ਇਹ ਤਿੰਨ ਜਿਹੜੀਆਂ ਨੇ ਇਕੁਏਸ਼ਨਸ ਨੇ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਦੀਆਂ। ਜਿਹੜੀ ਵਿੱਚੋਂ ਪਹਿਲੀ ਹੈ ਇਹਨੂੰ ਅਸੀਂ ਬੋਲਦੇ ਹਾਂ ਵੈਲੋਸਿਟੀ ਤੇ ਟਾਈਮ ਇਕੁਏਸ਼ਨ। ਵੈਲੋਸਿਟੀ ਟਾਈਮ ਇਕੁਏਸ਼ਨ, ਕਿਉਂਕਿ ਐਕਸਲਰੇਸ਼ਨ ਯੂਨੀਫਾਰਮ ਹੈ, ਇਹ ਵਿੱਚ ਨਹੀਂ ਬੋਲਣੀ। ਜਿਹੜੀ ਚੀਜ਼ ਫਿਕਸ ਹੈ ਉਹਦੇ ਬਾਰੇ ਗੱਲ ਨਹੀਂ ਕਰਾਂਗੇ। ਇਨੀਸ਼ੀਅਲ ਵੈਲੋਸਿਟੀ ਵੀ ਗਿਵਨ ਹੁੰਦੀ ਹੈ, ਉਹਦੇ ਬਾਰੇ ਵੀ ਗੱਲ ਨਹੀਂ ਕਰਾਂਗੇ। ਇਹ ਆ ਗਈ ਵੈਲੋਸਿਟੀ ਟਾਈਮ ਰਿਲੇਸ਼ਨ। ਇਹਦੇ ਵਿੱਚ ਕੀ ਆਏਗਾ, ਡਿਸਪਲੇਸਮੈਂਟ। ਹਾਂਜੀ ਤੇ ਤੁਹਾਡੇ ਕੋਲ ਕੀ ਆਏਗਾ, ਟਾਈਮ ਰਿਲੇਸ਼ਨ। ਇਹ ਡਿਸਪਲੇਸਮੈਂਟ ਟਾਈਮ ਹੈ, ਐਕਸਲਰੇਸ਼ਨ ਤੁਹਾਡੀ ਯੂਨੀਫਾਰਮ। ਨਾਓ ਇਟ ਇਜ਼ ਵੈਲੋਸਿਟੀ ਤੇ ਇਧਰੋਂ ਤੁਹਾਡੇ ਕੋਲ ਕੀ ਆ ਗਿਆ, ਹਾਂਜੀ ਡਿਸਪਲੇਸਮੈਂਟ ਜਿਹੜਾ ਹੈ ਉਹ ਰਿਲੇਸ਼ਨ ਹੈ। ਇਹ ਤਿੰਨ ਰਿਲੇਸ਼ਨ ਤੁਸੀਂ ਇਹ ਯਾਦ ਰੱਖਣੇ ਆ। v is equal to u plus at, s is equal to ut plus half at square and v square minus u square is equal to 2as। ਇਹ ਜਿਹੜੀ ਹੈ ਸਾਡੀ ਐਕਸਲਰੇਸ਼ਨ ਹੈ। ਪਰ ਲੇਕਿਨ ਜਦੋਂ ਬਾਡੀ ਵਰਟੀਕਲੀ ਮੂਵ ਕਰੇਗੀ a ਦੀ ਜਗ੍ਹਾ ਦੇ ਉੱਤੇ ਅਸੀਂ ਜਿਹੜਾ ਹੈ g ਲਗਾ ਦੇਣਾ ਹੈ। ਜਦੋਂ ਬਾਡੀ ਵਰਟੀਕਲੀ ਮੂਵ ਕਰੇਗੀ ਉਦੋਂ ਅਸੀਂ a ਦੀ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ g ਲਗਾਉਣਾ ਹੈ। ਹਾਂਜੀ ਕਲੀਅਰ। ਜਦੋਂ ਵੀ ਇਹਦੇ ਨਿਊਮੈਰੀਕਲ ਸੋਲਵ ਕਰਨੇ ਨੇ ਆਪਾਂ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਦੇ, ਤੇ ਸਭ ਨਾਲੋਂ ਪਹਿਲਾਂ ਧਿਆਨ ਰੱਖਣਾ ਹੈ ਕਿ ਤੁਸੀਂ ਦੇਖਣਾ ਹੈ ਕਿ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦਾ ਸਾਈਨ ਕਿਹੜਾ ਆਏਗਾ। ਫੋਰ ਐਗਜ਼ਾਮਪਲ ਮੰਨ ਲਓ ਕਿ ਅਸੀਂ ਬਾਡੀ ਨੂੰ ਉੱਪਰ ਨੂੰ ਸੁੱਟਿਆ। ਜਦੋਂ ਬਾਡੀ ਨੂੰ ਉੱਪਰ ਨੂੰ ਸੁੱਟਿਆ ਇਟ ਮੀਨਸ ਉਹਦੀ ਇਨੀਸ਼ੀਅਲ ਵੈਲੋਸਿਟੀ ਕਿੱਧਰ ਨੂੰ, ਅਪਵਰਡ। ਕਲੀਅਰ। ਉਹਨੇ ਡਿਸਟੈਂਸ ਜਿਹੜਾ ਕਵਰ ਕੀਤਾ ਉਹ ਕਿੱਧਰ ਨੂੰ ਕਵਰ ਕੀਤਾ, ਅਪਵਰਡ। ਤੇ ਉਸ ਤੋਂ ਬਾਅਦ ਮੈਨੂੰ ਦੱਸੋ ਗ੍ਰੈਵਿਟੀ ਮਤਲਬ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਕਿੱਧਰ ਨੂੰ ਹੈ, ਉਹ ਤੇ ਡਾਊਨਵਰਡ ਹੁੰਦੀ ਹੈ। ਇਹਦਾ ਮਤਲਬ ਜਦੋਂ ਬਾਡੀ ਅਪਵਰਡ ਜਾਂਦੀ ਹੈ ਉਸ ਟਾਈਮ ਤੇ ਵੈਲੋਸਿਟੀ ਅਪਵਰਡ, ਹਾਈਟ ਕਵਰਡ ਜਿਹੜੀ ਹੈ ਉਹ ਵੀ ਅਪਵਰਡ, ਪਰ ਉਹਦੀ ਗ੍ਰੈਵਿਟੀ ਦੀ ਡਾਇਰੈਕਸ਼ਨ ਹਮੇਸ਼ਾ ਡਾਊਨਵਰਡ ਹੈ। ਇਹ ਦੋ ਡਾਇਰੈਕਸ਼ਨ ਆ ਗਈਆਂ, ਕੁਝ ਅਪਵਰਡ ਕੁਝ ਡਾਊਨਵਰਡ। ਉਦੋਂ ਕੀ ਕਰਨਾ ਪੈਂਦਾ ਹੈ, ਸਾਨੂੰ ਇੱਕ ਡਾਇਰੈਕਸ਼ਨ ਨੂੰ ਪੋਜ਼ਿਟਿਵ ਲੈਣਾ ਪਏਗਾ, ਦੂਸਰੀ ਡਾਇਰੈਕਸ਼ਨ ਨੂੰ ਸਾਨੂੰ ਜਿਹੜਾ ਹੈ ਉਹ ਨੈਗੇਟਿਵ ਲੈਣਾ ਪਏਗਾ। ਹਾਂਜੀ ਕਲੀਅਰ। ਵੈਸੇ ਮੈਥਡ ਕੀ ਹੁੰਦਾ, ਜਿਹੜੇ ਪਾਸੇ ਜ਼ਿਆਦਾ ਫਿਜ਼ੀਕਲ ਕੁਆਂਟੀਟੀਜ਼ ਆਣ ਉਹਨੂੰ ਅਸੀਂ ਪੋਜ਼ਿਟਿਵ ਲੈ ਲੈਂਦੇ ਆ। ਕਲੀਅਰ। ਮੰਨ ਲਓ ਕਿ ਅਸੀਂ ਅਪਵਰਡ ਡਾਇਰੈਕਸ਼ਨ ਪੋਜ਼ਿਟਿਵ ਲੈ ਲਈ,
ਇਹਦਾ ਮਤਲਬ ਵੈਲੋਸਿਟੀ ਵੀ ਪੋਜ਼ਿਟਿਵ ਕਿਉਂਕਿ ਬਾਡੀ ਉੱਪਰ ਜਾ ਰਹੀ ਹੈ, ਉਹਦੀ ਜਿਹੜੀ ਹੈ ਹਾਈਟ ਕਵਰਡ ਵੀ ਪੋਜ਼ਿਟਿਵ, ਬਾਡੀ ਉੱਪਰ ਜਾ ਰਹੀ ਹੈ, ਪਰ ਗ੍ਰੈਵਿਟੀ ਦੀ ਵੈਲਿਊ ਜਿਹੜੀ ਹੈ ਉਹ ਅਸੀਂ ਨੈਗੇਟਿਵ ਭਰਾਂਗੇ -9.8 ਮੀਟਰ ਪਰ ਸੈਕਿੰਡ ਸਕੁਅਰ। ਉਹ ਸਾਡੀ ਜਿਹੜੀ ਹੈ ਉਹ ਨੈਗੇਟਿਵ ਵੈਲਿਊ ਆਏਗੀ। ਹਾਂਜੀ ਕਲੀਅਰ। ਪਰ ਇਨ ਕੇਸ ਬਾਡੀ ਨੀਚੇ ਨੂੰ ਆ ਰਹੀ ਹੈ, ਜਦੋਂ ਬਾਡੀ ਨੀਚੇ ਨੂੰ ਆ ਰਹੀ ਹੈ ਇਹਦਾ ਮਤਲਬ ਵੈਲੋਸਿਟੀ ਵੀ ਡਾਊਨਵਰਡ, ਉਹ ਜਿਹੜੀ ਹਾਈਟ ਕਵਰ ਕਰ ਰਹੀ ਹੈ ਉਹ ਵੀ ਸਾਡੇ ਕੋਲ ਕੀ ਹੈਗੀ ਹੈ ਡਾਊਨਵਰਡ ਹੈ। ਇਹਦੇ ਕੇਸ ਵਿੱਚ ਕੀ ਹੋਏਗਾ ਕਿ ਸਾਡੇ ਕੋਲ ਗ੍ਰੈਵਿਟੀ ਵੀ ਡਾਊਨਵਰਡ, ਤਿੰਨਾਂ ਦੀ ਡਾਇਰੈਕਸ਼ਨ ਸੇਮ ਹੋਣ ਕਰਕੇ ਤਿੰਨਾਂ ਦੇ ਜਿਹੜੇ ਸਾਈਨ ਨੇ ਉਹ ਅਸੀਂ ਜਿਹੜਾ ਹੈ ਪੋਜ਼ਿਟਿਵ ਲਵਾਂਗੇ। ਹਾਂਜੀ ਕਲੀਅਰ। ਨਾਓ ਇੱਕ ਛੋਟੀ ਜਿਹੀ ਐਗਜ਼ਾਮਪਲ, ਮੰਨ ਲਓ ਵੀ ਇਹ ਮੇਰੇ ਹੱਥ ਵਿੱਚ ਇੱਕ ਬ੍ਰਿਕ ਹੈ, ਇੱਟ ਹੈ। ਜੇ ਇਸ ਇੱਟ ਨੂੰ ਮੈਂ ਬਿਲਕੁਲ ਉੱਪਰ ਨੂੰ ਸੁੱਟਦਾ ਹਾਂ ਤੇ ਉੱਪਰ ਜਿਹੜਾ ਹੈ ਇੱਕ ਬਿਲਡਿੰਗ ਦੇ ਉੱਤੇ ਇੱਕ ਮਜ਼ਦੂਰ ਜਿਹੜਾ ਹੈ ਖੜਾ ਹੈ, ਉਹ ਤੁਸੀਂ ਆਮ ਦੇਖਿਆ ਉਹ ਕੈਚ ਕਰ ਲੈਂਦਾ ਇਹਨੂੰ, ਪਰ ਉੱਤੋਂ ਇੱਟ ਥੱਲੇ ਆ ਸੁੱਟੇ ਤੇ ਥੱਲੇ ਵਾਲਾ ਮਜ਼ਦੂਰ ਉਹਨੂੰ ਕੈਚ ਨਹੀਂ ਕਰ ਸਕਦਾ। ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਹੈ ਕਿ ਜਦੋਂ ਥੱਲੋਂ ਅਸੀਂ ਇੱਟ ਤਾਂ ਸੁੱਟਦੇ ਹਾਂ ਉਹ ਗ੍ਰੈਵਿਟੀ ਦੇ ਅਗੇਂਸਟ ਹੈ। ਵੈਲੋਸਿਟੀ ਕਿੱਧਰ ਅਪਵਰਡ, ਗ੍ਰੈਵਿਟੀ ਕਿੱਧਰ ਨੂੰ ਖਿੱਚਦੀ ਹੈ ਉਹਨੂੰ ਨੀਚੇ ਨੂੰ ਖਿੱਚਦੀ ਹੈ। ਉਹਦੀ ਵੈਲੋਸਿਟੀ ਘਟਦੀ ਜਾਂਦੀ ਹੈ ਤੇ ਫਾਈਨਲ ਹਾਈਐਸਟ ਪੁਆਇੰਟ ਤੇ ਜਾ ਕੇ ਉਹਦੀ ਵੈਲੋਸਿਟੀ 0 ਹੋ ਜਾਂਦੀ ਹੈ ਤੇ ਉੱਪਰ ਵਾਲਾ ਜਿਹੜਾ ਮਜ਼ਦੂਰ ਹੈ ਉਹਨੂੰ ਆਰਾਮ ਨਾਲ ਪਕੜ ਕੇ ਰੱਖ ਲੈਂਦਾ ਹੈ। ਪਰ ਜੋ ਉੱਤੋਂ ਥੱਲੇ ਆਵੇ ਉਦੋਂ ਗ੍ਰੈਵਿਟੀ ਵੀ ਡਾਊਨਵਰਡ, ਵੈਲੋਸਿਟੀ ਵੀ ਡਾਊਨਵਰਡ, ਉਹਦੇ ਨਾਲ ਵੈਲੋਸਿਟੀ ਉਹਦੀ ਵੱਧਦੀ ਹੈ, ਉਹਦੀ ਐਕਸਲਰੇਟਿਡ ਮੋਸ਼ਨ ਹੋ ਜਾਂਦੀ ਹੈ ਤੇ ਥੱਲੇ ਅਸੀਂ ਉਹਨੂੰ ਕੈਚ ਨਹੀਂ ਕਰ ਸਕਦੇ। ਹਾਂਜੀ ਕਲੀਅਰ। ਇਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ। ਇਹਦਾ ਮਤਲਬ ਜਦੋਂ ਵੀ ਬਾਡੀ ਉੱਪਰੋਂ ਨੀਚੇ ਨੂੰ ਆਏ ਤੇ ਉਹ ਐਕਸਲਰੇਟਿਡ ਮੋਸ਼ਨ ਹੋਏਗੀ। ਠੀਕ ਹੈ, ਉਹਦੀ ਵੈਲੋਸਿਟੀ ਇੱਕਦਮ ਵੱਧਦੀ ਜਾਏਗੀ। ਮੰਨ ਲਓ ਕਿ ਉੱਪਰੋਂ ਬਾਡੀ ਨੀਚੇ ਨੂੰ ਆ ਰਹੀ ਹੈ ਤੇ ਕਿਸੇ ਪੁਆਇੰਟ ਤੇ ਜਾ ਕੇ ਮੰਨ ਲਓ ਗ੍ਰੈਵਿਟੀ ਖਤਮ ਹੋ ਗਈ, ਮੰਨ ਲਓ ਗ੍ਰੈਵਿਟੀ ਹੈ ਹੀ ਨਹੀਂ, ਰਸਤੇ ਵਿੱਚ ਕਿਸੇ ਪੁਆਇੰਟ ਤੇ ਗ੍ਰੈਵਿਟੀ ਖਤਮ ਹੋ ਗਈ। ਪਹਿਲਾਂ ਤੇ ਜਦੋਂ ਤੱਕ ਗ੍ਰੈਵਿਟੀ ਸੀਗੀ ਉਹਦੀ ਐਕਸਲਰੇਟਿਡ ਮੋਸ਼ਨ ਹੋਏਗੀ, ਪਰ ਜਦੋਂ ਗ੍ਰੈਵਿਟੀ ਉਹਦੀ 0 ਹੋ ਜਾਏਗੀ ਉਸ ਤੋਂ ਬਾਅਦ ਉਹਦੀ ਵੈਲੋਸਿਟੀ ਜਿਹੜੀ ਹੈ ਉਹ ਯੂਨੀਫਾਰਮ ਜਿਹੜੀ ਹੈ ਹੋ ਜਾਏਗੀ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਇਹ ਜਿੰਨੇ ਵੀ ਇੰਪੋਰਟੈਂਟ ਪੁਆਇੰਟਸ ਮੈਂ ਤੁਹਾਨੂੰ ਡਿਸਕਸ ਕੀਤੇ ਤੁਹਾਨੂੰ ਕਲੀਅਰ ਹੋ ਜਾਣਗੇ। ਤੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਜਿਹੜੇ ਨਿਊਮੈਰੀਕਲਸ ਜਿਹੜੇ ਨੇ ਅਸੀਂ ਡਾਟ ਪ੍ਰੋਡਕਟ ਦੇ, ਕ੍ਰਾਸ ਪ੍ਰੋਡਕਟ ਦੇ ਉਹ ਕਰਨ ਜਾ ਰਹੇ ਹਾਂ। ਥੈਂਕ ਯੂ।